ਸਾਰੇ ਹੀ ਪਿਆਰੇ ਪਿਆਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਤਾਂ ਆਪਾਂ ਕ੍ਰਮ ਸੰਬੰਧੀ ਪ੍ਰੀਖਣ ਦੇ ਪ੍ਰੈਕਟਿਸ ਸੈੱਟ 3 ਦੇ ਉੱਤੇ ਪਹੁੰਚ ਗਏ ਹੁਣ ਆਪਾਂ। ਤਾਂ ਬੇਟਾ ਇਹ ਗੱਲ ਹਮੇਸ਼ਾ ਚੇਤੇ ਰੱਖਣੀ ਹੈ ਵੀ ਜਿਹੜੀ ਸਫਲਤਾ ਹੁੰਦੀ ਹੈ ਨਾ, ਇਹ ਸਾਡੇ ਮਨ ਦੀ ਭਾਵ ਦਸ਼ਾ 'ਤੇ ਡਿਪੈਂਡ ਕਰਦੀ ਹੈ। ਜੇਕਰ ਸਾਡੇ ਮਨ ਦੇ ਵਿੱਚ ਸਫਲਤਾ ਦੇ ਲਈ ਵਿਸ਼ਵਾਸ ਹੈਗਾ ਤਾਂ ਵਿਸ਼ਵਾਸ ਦਾ ਇਹ ਭਾਵ ਸਫਲਤਾ ਨੂੰ ਸਾਡੇ ਵੱਲ ਅਟਰੈਕਟ ਕਰ ਲੈਂਦਾ। ਸੋ ਇਸ ਕਰਕੇ ਬੇਟਾ ਵਿਸ਼ਵਾਸ ਰੱਖ ਕੇ ਤਿਆਰੀ ਕਰਨੀ ਹੈ, ਠੀਕ ਹੈ। ਤਾਂ ਸਾਡੇ ਭਾਵ ਆ ਜਿਹੜੇ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਆ ਸਫਲਤਾ ਦੇ ਲਈ। ਸੋ ਤਾਂ ਹੁਣ ਆਪਾਂ ਜਿਹੜਾ ਹੈਗਾ ਪ੍ਰੈਕਟਿਸ ਸੈੱਟ 3 ਕ੍ਰਮ ਸੰਬੰਧੀ ਪ੍ਰੀਖਣ ਦੇ 6 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ। ਤਾਂ 6 ਨੰਬਰ ਸਵਾਲ ਦੇ ਵਿੱਚ ਆਹ ਪ੍ਰੋਬਲਮ ਆਕ੍ਰਿਤੀ ਹੈਗੀ ਆ, ਪ੍ਰੋਬਲਮ ਫਿਗਰ ਹੈ। ਇਹਦੇ ਵਿੱਚ ਚੌਥੇ ਨੰਬਰ 'ਤੇ 3 ਤੱਕ ਕੋਈ ਨਾ ਕੋਈ ਕ੍ਰਮ ਬਣਦਾ ਪਿਆ। ਆਪਾਂ ਚੌਥੇ ਨੰਬਰ 'ਤੇ ਦੱਸਣਾ ਵੀ ਕ੍ਰਮ ਅਨੁਸਾਰ ਕੀ ਉੱਤਰ ਆਊਗਾ। ਅਤੇ ਸੋ ਬੇਟਾ ਆਪਾਂ ਧਿਆਨ ਦੇ ਨਾਲ ਇਹਨੂੰ ਸਟੱਡੀ ਕਰਾਂਗੇ ਇਸ ਫਿਗਰ ਨੂੰ। ਤਾਂ ਇੱਥੇ ਧਿਆਨ ਨਾਲ ਦੇਖੋ, ਆਹ ਆਕ੍ਰਿਤੀਆਂ ਜਿਹੜੀਆਂ ਬਣੀਆਂ ਹੋਈਆਂ, ਟੀ ਬਣਿਆ ਹੋਇਆ, ਆਹ ਹਾਫ ਸਰਕਲ ਕਹਿ ਸਕਦੇ ਹਾਂ ਆਪਾਂ, ਜਾਂ ਯੂ ਸ਼ੇਪ ਕਹਿ ਸਕਦੇ ਹਾਂ ਇਹਨੂੰ, ਠੀਕ ਹੈ। ਅਤੇ ਆਹ ਫੁੱਲ ਸਰਕਲ ਹੈਗਾ। ਤਾਂ ਬੇਟਾ ਇਹਦੇ ਵਿੱਚ ਕੀ ਹੈਗਾ, ਆਹ ਦੇਖੋ ਟੀ ਹੈ ਜਿਹੜਾ ਇੱਥੋਂ ਅੱਧਾ ਘਰ ਚੱਲਦਾ ਪਿਆ ਉੱਪਰ ਨੂੰ, ਹੈ ਨਾ, ਜਾਂ ਆਪਾਂ 45 ਡਿਗਰੀ 'ਤੇ ਕਹਿ ਸਕਦੇ ਹਾਂ, 45 ਡਿਗਰੀ 'ਤੇ ਚੱਲਦਾ ਪਿਆ ਹੈ। ਅਤੇ ਇਹ ਜਿਹੜਾ ਹਾਫ ਸਰਕਲ ਹੈ ਜਾਂ ਯੂ ਸ਼ੇਪ ਹੈ, ਇਹ ਕਿੱਦਾਂ ਚੱਲਦਾ ਪਿਆ, 2 ਘਰ, ਅੱਧਾ ਇੱਥੋਂ ਪੂਰਾ ਘਰ ਚੱਲਦਾ ਪਿਆ, ਠੀਕ ਹੈ। ਤਾਂ ਆ ਜਿਹੜਾ ਉਹ ਆ ਇਹਦੇ ਨਾਲ ਹੀ ਅੱਗੇ ਨੂੰ ਚਲਾ ਜਾਂਦਾ ਆ। ਉਹ ਵੀ 2 ਘਰ ਚੱਲ ਪਿਆ ਨਾ, ਮਤਲਬ 90 ਡਿਗਰੀ 'ਤੇ ਚੱਲ ਪਿਆ, ਇਹਦੇ ਨਾਲ ਹੀ ਚੱਲਦਾ ਆ, ਅੱਗੇ ਚੱਲਦਾ, ਠੀਕ ਹੈ। ਤਾਂ ਟੀ ਚੱਲਿਆ ਜਿਹੜਾ ਉਹ ਟੀ ਇੱਥੇ ਆ ਗਿਆ। ਇਦੋਂ ਬਾਅਦ ਦੇ ਵਿੱਚ ਇਹ ਜਿਹੜਾ ਸੈਮੀ ਸਰਕਲ ਸੀ ਉਧਰਲੇ ਪਾਸੇ ਜਾ ਕੇ ਇਹਨੇ ਮੂੰਹ ਬਾਹਰਲੇ ਪਾਸੇ ਨੂੰ ਕੱਢ ਲਿਆ, ਠੀਕ ਆ। ਕਲੋਕਵਾਈਜ਼ ਚੱਲ ਰਿਹਾ, ਸਾਰੀ ਆਕ੍ਰਿਤੀ ਕਲੋਕਵਾਈਜ਼ ਚੱਲ ਰਹੀ ਹੈ। ਆ ਜਿਹੜਾ ਸੈਮੀ ਸਰਕਲ ਆ ਇਹ ਇਕੱਲਾ ਵੀ ਕਲੋਕਵਾਈਜ਼ ਮੂਵ ਕਰ ਰਿਹਾ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਟੀ ਫੇਰ 45 ਡਿਗਰੀ 'ਤੇ ਜਾਂ ਅੱਧਾ ਘਰ ਚੱਲਿਆ, ਇੱਥੇ ਆ ਗਿਆ। ਤਾਂ ਆਹ ਜਿਹੜਾ ਸੈਮੀ ਸਰਕਲ ਸੀਗਾ ਇਹ ਥੱਲੇ ਨੂੰ ਆ ਗਿਆ, ਥੱਲੇ ਨੂੰ ਆ ਕੇ ਇਹਨੇ ਮੂੰਹ ਥੱਲੇ ਨੂੰ ਕਰ ਲਿਆ। ਉਹ ਉਸੇ ਤਰ੍ਹਾਂ ਹੀ ਇਹਦੇ ਪੈਰਲਲ ਹੀ ਇੱਕ ਘਰ ਅੱਗੇ ਰਹਿੰਦਾ ਇਹਦੇ ਤੋਂ, ਠੀਕ ਹੈ। ਤਾਂ ਉਦੋਂ ਬਾਅਦ ਦੇ ਵਿੱਚ ਬੇਟਾ ਅਗਲੀ ਆਕ੍ਰਿਤੀ ਦੇ ਵਿੱਚ ਕੀ ਹੋਊਗਾ ਵੀ ਟੀ ਹੈ ਜਿਹੜਾ ਉਹ ਇਸ ਪੁਆਇੰਟ ਦੇ ਉੱਤੇ ਆ ਜਾਊਗਾ, ਠੀਕ ਹੈ ਬੇਟਾ। ਅਤੇ ਆਹ ਜਿਹੜਾ ਸੈਮੀ ਸਰਕਲ ਸੀ ਇਹ ਪੂਰਾ ਘਰ ਚੱਲ ਕੇ ਇਹ ਆਪਣਾ ਮੂੰਹ ਐ ਨੂੰ ਕਰ ਲੂਗਾ, ਇੱਥੇ ਆ ਜਾਊਗਾ। ਅਤੇ ਉਹ ਆ ਜਿਹੜਾ ਉਹ ਇੱਥੇ ਆ ਜਾਊਗਾ। ਆਹ ਆਕ੍ਰਿਤੀ ਹੈ ਸਾਡਾ ਆਨਸਰ ਬਣੂਗੀ। ਅਤੇ ਆਹ ਸਾਡੇ ਕੋਲ ਬੇਟਾ ਆਨਸਰ ਫਿਗਰ ਦਿੱਤੀਆਂ ਹੋਈਆਂ ਹੈਗੀਆਂ ਆ। ਇਹਦੇ ਵਿੱਚ ਆਹ ਟੀ ਸ਼ਾਇਦ ਗਲਤ ਪ੍ਰਿੰਟ ਹੋਇਆ ਆ, ਕਿਉਂਕਿ ਟੀ ਇੱਥੇ ਕਿਤੇ ਵੀ ਚੇਂਜ ਨਹੀਂ ਕਰਦਾ ਪਿਆ ਬੇਟਾ, ਐਂਗਲ ਨਹੀਂ ਚੇਂਜ ਕਰਦਾ ਪਿਆ। ਤਾਂ ਸਭ ਤੋਂ ਨੇੜੇ ਆਹ ਆਕ੍ਰਿਤੀ ਹੋਣ ਕਰਕੇ ਅਸੀਂ ਇਹਨੂੰ ਹੀ ਆਨਸਰ ਮੰਨ ਕੇ ਇਹਨੂੰ ਟਿਕ ਕਰ ਦੇਵਾਂਗੇ। ਸੋ ਇਹ 2 ਨੰਬਰ ਆ ਜਿਹੜਾ ਸਾਡਾ ਬੈਸਟ ਆਲਟਰਨੇਟਿਵ ਆਨਸਰ ਬਣ ਗਿਆ। ਹੁਣ ਬੇਟਾ ਆਪਾਂ 7 ਨੰਬਰ ਸਵਾਲ ਦੇ ਉੱਤੇ ਚੱਲਦੇ ਹਾਂ, ਦੇਖਦੇ ਹਾਂ 7 ਨੰਬਰ ਸਵਾਲ ਦੇ ਵਿੱਚ ਕਿਸ ਤਰ੍ਹਾਂ ਆਕ੍ਰਿਤੀਆਂ ਚੱਲਦੀਆਂ ਪਈਆਂ ਆ। ਹਾਂ ਬੇਟਾ, ਤਾਂ ਹੁਣ ਬੱਚੇ ਆਪਾਂ ਐਸੇ ਸੈੱਟ ਦੇ 7 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। 7 ਨੰਬਰ ਸਵਾਲ ਦੇ ਵਿੱਚ ਬੇਟਾ ਆ ਉੱਪਰ ਪ੍ਰੋਬਲਮ ਫਿਗਰ ਦਿੱਤੀ ਹੋਈ ਹੈ, ਇਹਨੂੰ ਅਸੀਂ ਸਟੱਡੀ ਕਰਾਂਗੇ ਵੀ ਇਹ ਤਿੰਨੇ ਫਿਗਰ ਕਿਵੇਂ ਚੇਂਜ ਹੁੰਦੀਆਂ ਪਈਆਂ ਆ, ਠੀਕ ਹੈ ਬੇਟਾ। ਤਾਂ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਬੇਟਾ ਇੱਕ ਤਰ੍ਹਾਂ ਦਾ ਸਟਾਰ ਜਿਹਾ ਬਣਿਆ ਹੋਇਆ, ਉਹਦੇ ਇਸ ਪੁਆਇੰਟ ਦੇ ਉੱਤੇ ਇੱਕ ਇਹਦੀ ਲੈਗ ਰਾਈਟ ਸਾਈਡ ਦੇ ਉੱਤੇ ਵਧਾਈ ਹੋਈ ਹੈ, ਠੀਕ ਹੈ ਬੇਟਾ। ਉਹਦੇ ਤੋਂ ਬਾਅਦ 'ਚ ਅਗਲੇ ਸਟੈਪ ਦੇ ਵਿੱਚ ਬੇਟਾ ਇਸ ਲੈਗ ਦਾ ਮੂੰਹ ਇਹ ਇੱਧਰੋਂ ਐ ਨੂੰ ਕਰ ਦਿੰਦਾ। ਜਦੋਂ ਮੂੰਹ ਇੱਧਰੋਂ ਐ ਨੂੰ ਕਰਦਾ ਤੇ ਇੱਕ ਲੈਗ ਹੋਰ ਬਣਾ ਦਿੰਦਾ ਅਗਲੇ ਸਟੈਪ ਦੇ ਨਾਲ, ਠੀਕ ਹੈ ਬੇਟਾ। ਉਦੋਂ ਬਾਅਦ 'ਚ ਬੇਟਾ ਅਗਲੇ ਸਟੈਪ ਦੇ ਵਿੱਚ ਫਿਰ ਇਹ ਜਿਹੜੀਆਂ ਲੈਗਸ ਹੈ ਇਹ ਮੂੰਹ ਚੇਂਜ ਕਰਦੀਆਂ ਪਈਆਂ, ਠੀਕ ਹੈ। ਅਗਲੇ ਸਟੈਪ 'ਚ ਇੱਧਰਲੀ ਲੈਗ ਨੇ ਇੱਧਰ ਮੂੰਹ ਕਰ ਲਿਆ, ਇੱਧਰਲੀ ਲੈਗ ਨੇ ਇੱਧਰ ਮੂੰਹ ਜਦੋਂ ਕੀਤਾ, ਜਦੋਂ ਇੱਧਰਲੀ ਲੈਗ ਇੱਧਰ ਮੂੰਹ ਕਰਦੀ ਹੈ ਤਾਂ ਥੱਲੇ ਇੱਕ ਨਵੀਂ ਲੈਗ ਹੋਰ ਐਡ ਕਰਦਾ ਪਿਆ, ਠੀਕ ਹੈ ਬੇਟਾ। ਇਦੋਂ ਅਗਲੇ ਸਟੈਪ ਦੇ ਵਿੱਚ ਕੀ ਹੋਊਗਾ, ਆਹ ਲੈਗ ਇੱਧਰ ਨੂੰ ਮੂੰਹ, ਆਹ ਲੈਗ ਦਾ ਮੂੰਹ ਇੱਧਰ ਨੂੰ ਹੋਊਗਾ, ਆਹ ਲੈਗ ਦਾ ਮੂੰਹ ਇੱਧਰ ਨੂੰ ਹੋਊ। ਜਦੋਂ ਆਹ ਲੈਗ ਦਾ ਮੂੰਹ ਇੱਧਰ ਹੋਊਗਾ ਤੇ ਇੱਥੇ ਇੱਕ ਨਵੀਂ ਡੰਡੀ ਆਈ ਹੋਊਗੀ, ਠੀਕ ਹੈ ਬੇਟਾ। ਮੇਰਾ ਖਿਆਲ ਆ ਤੁਸੀਂ ਸਮਝ ਗਏ ਇਹਦੇ ਸਟੈਪ ਕਿਵੇਂ ਚੱਲਦੇ ਪਏ ਆ। ਤਾਂ ਬੇਟਾ ਅਸੀਂ ਉਹ ਫਿਗਰ ਲੱਭਾਂਗੇ ਜਿਹਦੇ ਵਿੱਚ ਆਹ ਦੋਵਾਂ ਦੇ ਮੂੰਹ ਇੱਕ ਪਾਸੇ ਨੂੰ, ਇਹਦਾ ਮੂੰਹ ਇੱਧਰ ਨੂੰ, ਤੇ ਇੱਥੇ ਇੱਕ ਨਵੀਂ ਲੈਗ ਬਣੀ ਹੋਊਗੀ। ਤਾਂ ਬੇਟਾ ਇਹਦੇ ਵਿੱਚ ਜਦੋਂ ਆਪਾਂ ਸਾਰੀਆਂ ਆਕ੍ਰਿਤੀਆਂ ਦੀ ਸਟੱਡੀ ਕਰਦੇ ਹਾਂ ਤਾਂ ਚੌਥੇ ਨੰਬਰ ਆਕ੍ਰਿਤੀ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਸਟੱਡੀ ਕਰਦੇ ਹਾਂ ਬੇਟਾ, ਤਾਂ ਆਹ ਦੇਖੋ ਸਾਰੀਆਂ ਕੰਡੀਸ਼ਨ ਫੁੱਲਫਿਲ ਕਰਦਾ ਪਿਆ ਹੈ, ਠੀਕ ਹੈ।
ਆਹ ਦੋਵੇਂ ਲੈਗ ਦੇ ਮੂੰਹ ਉੱਪਰਲੀਆਂ ਲੈਗ ਦੋਵੇਂ ਇਕੱਠੀਆਂ ਸੀ, ਇਹਦਾ ਮੂੰਹ ਐ ਨੂੰ, ਇਹਦਾ ਮੂੰਹ ਐ ਨੂੰ, ਆਹ ਹੇਠਲੀ ਲੈਗ ਉੱਪਰ ਨੂੰ ਚਲੀ ਗਈ। ਜਦੋਂ ਇਹ ਲੈਗ ਉੱਪਰ ਨੂੰ ਜਾਂਦੀ ਹੈ ਤੇ ਉਦੋਂ ਅੱਗੇ ਇੱਕ ਲੈਗ ਹੈ ਜਿਹੜੀ ਉਹ ਹੋਰ ਐਡ ਕਰਦਾ ਪਿਆ। ਸੋ ਬੇਟਾ ਸਾਰੀ ਕੰਡੀਸ਼ਨ ਨੂੰ ਆ 4 ਨੰਬਰ ਜਿਹੜਾ ਹੈਗਾ ਆ ਸਾਡੇ ਫੁੱਲਫਿਲ ਕਰਦਾ ਪਿਆ। ਚੌਥੇ ਨੰਬਰ ਤੇ ਆਹ ਆਕ੍ਰਿਤੀ ਹੈ ਜਿਹੜੀ ਆਉਣੀ ਚਾਹੀਦੀ ਹੈ, ਇਸ ਕਰਕੇ ਅਸੀਂ ਇਸ ਆਕ੍ਰਿਤੀ ਨੂੰ ਟਿਕ ਕਰ ਦੇਵਾਂਗੇ। ਇਹ ਸਾਡਾ ਰਾਈਟ ਆਨਸਰ ਹੋਊਗੀ। ਹੁਣ ਬੇਟਾ ਆਪਾਂ 8 ਨੰਬਰ ਸਵਾਲ ਦੇ ਉੱਤੇ ਚੱਲਦੇ ਹਾਂ। 8 ਨੰਬਰ ਸਵਾਲ ਦੇ ਵਿੱਚ ਦੇਖਾਂਗੇ ਕਿਸ ਤਰ੍ਹਾਂ ਦੀਆਂ ਆਕ੍ਰਿਤੀਆਂ ਹੈਗੀਆਂ ਆ। ਹਾਂ ਬੇਟਾ, ਤਾਂ ਹੁਣ ਆਪਾਂ 8 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। 8 ਨੰਬਰ ਸਵਾਲ ਨੂੰ ਬੇਟਾ ਆਪਾਂ ਧਿਆਨ ਦੇ ਨਾਲ ਓਬਜ਼ਰਵ ਕਰਾਂਗੇ ਵੀ ਇਹਦੇ ਵਿੱਚ ਆਕ੍ਰਿਤੀਆਂ ਕਿਵੇਂ ਚੱਲਦੀਆਂ ਪਈਆਂ। ਠੀਕ ਹੈ, ਇਹ ਸਮੱਸਿਆ ਫਿਗਰ ਦਿੱਤੀ ਹੋਈ ਹੈ, 3 ਕਿਸੇ ਨਾ ਕਿਸੇ ਕ੍ਰਮ ਦੇ ਵਿੱਚ ਚੱਲਦੇ ਪਏ ਹੈ ਤੇ ਚੌਥੇ 'ਚ ਆਪਾਂ ਦੇਖਣਾ ਇਹਦੇ ਹਿਸਾਬ ਨਾਲ ਕਿਹੜਾ ਕ੍ਰਮ ਚੱਲੂਗਾ। ਤਾਂ ਬੇਟਾ ਪਹਿਲੇ ਦੇ ਵਿੱਚ ਆਹ ਦੇਖੋ, ਆਹ ਬਣੀਆਂ ਇੱਕ ਤਰ੍ਹਾਂ ਦੀਆਂ ਚਤੁਰਭੁਜਾਂ ਬਣੀਆਂ ਚਾਰੇ ਪਾਸੇ। ਠੀਕ ਹੈ, ਇੱਕ ਚਤੁਰਭੁਜ ਦੇ ਵਿੱਚ ਇੱਕ ਪਾਸੇ ਅੰਦਰ ਹੋਰ ਉਹਦੇ ਨਾਲ ਦੀ ਚਤੁਰਭੁਜ ਬਣਾਈ ਹੋਈ ਹੈ, ਤਾਂ ਉਹਦੇ ਸਾਹਮਣੇ ਜਿੱਥੇ ਉਹ ਚਤੁਰਭੁਜ ਬਣਾਈ ਹੈ ਸਿੱਧਾ ਕੀਤਾ, ਉਹਦੇ ਸਾਹਮਣੇ ਇਸ ਚੀਜ਼ ਨੂੰ ਗੋਲ ਕੀਤਾ ਹੋਇਆ ਹੈ ਬੇਟਾ। ਠੀਕ ਹੈ, ਉਹਦੇ ਸਾਹਮਣੇ ਫਿਰ ਆਹ ਵਰਗ ਨਹੀਂ, ਉਹਨੂੰ ਉੱਪਰੋਂ ਗੋਲਾਈ ਦਿੱਤੀ ਹੋਈ ਹੈ। ਇਸੇ ਤਰ੍ਹਾਂ ਹੀ ਇਹ ਚਤੁਰਭੁਜ ਜਿਹੜੀ ਅੰਦਰਲੀ ਹੈ ਇਹ ਕਲੌਕਵਾਈਜ਼ ਘੁੰਮਦੀ ਪਈ ਹੈ, ਇਸ ਸਟੈਪ ਤੋਂ ਇਸ ਸਟੈਪ ਦੇ ਉੱਤੇ ਆ ਗਈ ਬੇਟਾ। ਤਾਂ ਇਹਦੇ ਵਿੱਚ ਬੇਟਾ ਇੱਕ ਪੁਆਇੰਟ ਸੀਗਾ, ਕਿਉਂਕਿ ਮੈਂ ਉੱਤਰ ਫਿਗਰ ਵੀ ਪਹਿਲਾਂ ਸਟੱਡੀ ਕੀਤੀ ਹੈ, ਜਦੋਂ ਇਹ ਸਾਹਮਣੇ ਆਉਂਦੀ ਹੈ ਤਾਂ ਇਹਦੇ ਸਾਹਮਣੇ ਆ ਜਿਹੜਾ ਉਹ ਵੈਸੇ ਗੋਲ ਹੋਣਾ ਚਾਹੀਦਾ ਸੀ ਜੇ ਆਪਾਂ ਫਿਗਰ ਦੇ ਅਨੁਸਾਰ ਚੱਲੀਏ, ਹੈ ਨਾ। ਕਿਸੇ ਵੇਲੇ ਮਿਸਪ੍ਰਿੰਟ ਹੋ ਸਕਦੀ ਹੈ ਜਾਂ ਪੇਪਰ ਪਾਉਣ ਵਾਲੇ ਦਾ ਦ੍ਰਿਸ਼ਟੀਕੋਣ ਆ ਜਿਹੜਾ ਅਲੱਗ ਹੋ ਸਕਦਾ, ਪਰ ਉੱਤਰ ਫਿਗਰ ਦੇ ਹਿਸਾਬ ਨਾਲ ਇਹ ਚੀਜ਼ ਇਸ ਤਰ੍ਹਾਂ ਚੱਲਣੀ ਚਾਹੀਦੀ। ਵੈਸੇ ਮੈਂ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਜਿਹੜੇ ਪੇਪਰ ਜਿਨ੍ਹਾਂ ਨੇ ਪੁਸਤਕ ਤਿਆਰ ਕੀਤੀ ਹੈ ਮੈਂ ਉਹਨਾਂ ਨਾਲ ਜ਼ਰੂਰ ਸੰਪਰਕ ਕਰੂੰਗਾ। ਮੇਰੀ ਸਟੱਡੀ ਅਨੁਸਾਰ ਇੱਥੇ ਇਹ ਚੀਜ਼ ਆਉਣੀ ਚਾਹੀਦੀ ਸੀ। ਠੀਕ ਹੈ ਬੇਟਾ, ਫਿਰ ਉਹਦੇ ਤੋਂ ਬਾਅਦ 'ਚ ਅਗਲੇ ਤੇ ਫਿਰ ਇਹ ਚੀਜ਼ ਕਲੌਕਵਾਈਜ਼ ਇੱਥੇ ਚੱਲੀ, ਜਦੋਂ ਇੱਥੇ ਆ ਗਈ ਤੇ ਇਹ ਗੋਲਾ ਇੱਥੇ ਬਣ ਗਿਆ। ਠੀਕ ਹੈ ਬੇਟਾ, ਹੁਣ ਇਹ ਕਲੌਕਵਾਈਜ਼ ਚੱਲਦੀ ਇੱਥੋਂ ਇੱਥੇ ਆਈ ਤੇ ਗੋਲਾ ਉਹਦੇ ਸਾਹਮਣੇ ਚੱਲ ਜਾਂਦਾ, ਇੱਥੋਂ ਫਿਰ ਇਹ ਕਲੌਕਵਾਈਜ਼ ਇਸ ਬਿੰਦੂ ਤੇ ਉੱਤੇ ਆ ਜੂਗੀ ਤੇ ਗੋਲਾ ਜਿਹੜਾ ਹੈਗਾ ਉਹ ਹੇਠਲੇ ਪਾਸੇ ਨੂੰ ਬਣ ਜੂਗਾ। ਤਾਂ ਇਹਦੇ ਅਨੁਸਾਰ ਬੇਟਾ ਆਹ 3 ਨੰਬਰ ਫਿਗਰ ਹੈ ਜਿਹੜੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਤੇ ਇਹਦੇ ਅਨੁਸਾਰ ਅਸੀਂ ਇਹਦੀ ਇਸ ਲੜੀ ਦੇ ਅਨੁਸਾਰ 3 ਨੰਬਰ ਫਿਗਰ ਨੂੰ ਟਿਕ ਕਰ ਦੇਵਾਂਗੇ। ਇਹੀ ਸਾਡਾ ਜਿਹੜਾ ਹੈਗਾ ਰਾਈਟ ਆਨਸਰ ਹੋਊਗਾ। ਹੁਣ ਇਹ ਸੀਗਾ ਬੇਟਾ 8 ਨੰਬਰ ਸਵਾਲ। ਹੁਣ ਆਪਾਂ ਚੱਲਦੇ ਹਾਂ 9 ਨੰਬਰ ਸਵਾਲ ਦੇ ਉੱਤੇ। ਹਾਂ ਬੇਟਾ, ਤਾਂ ਹੁਣ ਆਪਾਂ ਐਸੇ ਪ੍ਰੈਕਟਿਸ ਸੈੱਟ ਦੇ 3 ਨੰਬਰ ਪ੍ਰੈਕਟਿਸ ਸੈੱਟ ਦੇ 9 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। 9 ਨੰਬਰ ਸਵਾਲ ਦੇ ਉੱਤੇ ਬੇਟਾ ਆਪਾਂ ਧਿਆਨ ਦੇ ਨਾਲ ਇਸ ਆਕ੍ਰਿਤੀਆਂ ਨੂੰ ਸਟੱਡੀ ਕਰਾਂਗੇ ਵੀ ਇਹ ਆਕ੍ਰਿਤੀਆਂ ਜਿਹੜੀਆਂ ਹੈਗੀਆਂ ਆ ਇਹ ਕਿਸ ਤਰ੍ਹਾਂ ਚੱਲਦੀਆਂ ਪਈਆਂ ਆ ਬੇਟਾ। ਤੇ ਅਸੀਂ ਚੌਥੇ ਘਰ 'ਚ ਦੱਸਣਾ ਕਿਹੜੀ ਆਕ੍ਰਿਤੀ ਆਊਗੀ। ਆ ਬੇਟਾ ਸਕੇਅਰ ਰੈਕਟੈਂਗਲ ਟਾਈਪ ਜਾਂ ਸਕੇਅਰ ਟਾਈਪ ਬਣਿਆ ਹੋਇਆ। ਠੀਕ ਹੈ, ਸਭ ਤੋਂ ਪਹਿਲਾਂ ਇਦੋਂ ਅਗਲੇ ਸਟੈਪ ਦੇ ਵਿੱਚ ਜਿਹੜੀ ਉੱਪਰਲੀ ਡੰਡੀ ਆ ਉਹਨੂੰ ਇਹ ਇਸ ਤਰ੍ਹਾਂ ਕਰਕੇ ਮੋੜ ਦਿੰਦਾ ਅੱਧ ਦੇ ਵਿੱਚੋਂ ਵਿਚਾਲਿਓ। ਠੀਕ ਆ, ਪਹਿਲੇ ਸਟੈਪ ਦੇ ਵਿੱਚ। ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਇਦਾਂ ਹੀ ਰਹਿ ਜਾਂਦੀ ਹੈ, ਫਿਰ ਇਹ ਕਲੌਕਵਾਈਜ਼ ਚੱਲਦਾ ਹੋਇਆ ਇੱਧਰਲਾ ਜਿਹੜੀ ਡੰਡੀ ਹੈਗੀ ਆ ਇਹਨੂੰ ਫਿਰ ਅੱਧ ਵਿਚਾਲਿਓ ਮੋੜ ਕੇ ਤੇ ਇਸ ਤਰ੍ਹਾਂ ਦੀ ਸ਼ੇਪ ਦੇ ਦਿੰਦਾ। ਠੀਕ ਆ, ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਦੋਵੇਂ ਡੰਡੀਆਂ ਉਵੇਂ ਰਹਿ ਜਾਣਗੀਆਂ, ਤਾਂ ਆਹ ਕਲੌਕਵਾਈਜ਼ ਚੱਲਦੇ ਹੋਏ ਇਸ ਡੰਡੀ ਨੂੰ ਫਿਰ ਇਹ ਮੋੜ ਦਊਗਾ। ਠੀਕ ਹੈ, ਇਹਨਾਂ ਵਾਂਗੂ ਹੀ ਸ਼ੇਪ ਦਊਗਾ, ਇਸ ਡੰਡੀ ਨੂੰ ਮੋੜ ਕੇ ਆਹ ਡੰਡੀ ਐਜ਼ ਇਟ ਇਜ਼ ਹੀ ਰਹਿ ਜੂਗੀ। ਤਾਂ ਇਹਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਸਟੱਡੀ ਕਰਦੇ ਹਾਂ ਤਾਂ ਆਹ ਦੇਖੋ, ਪਹਿਲਾਂ ਆਹ ਡੰਡੀ ਮੋੜੀ ਸੀ, ਫਿਰ ਆਹ ਡੰਡੀ ਮੋੜੀ, ਫਿਰ ਉਹਨੇ ਆਹ ਡੰਡੀ ਮੋੜ ਦਿੱਤੀ, ਆਹ ਡੰਡੀ ਉਵੇਂ ਰਹਿ ਗਈ। ਤਾਂ 2 ਨੰਬਰ ਜਿਹੜੀ ਆਨਸਰ ਫਿਗਰ ਆ ਸਾਡੇ ਉੱਤਰ ਨੂੰ ਸੈਟੀਸਫਾਈਡ ਕਰਦੀ ਪਈ ਹੈ, ਇਸ ਕਰਕੇ 2 ਨੰਬਰ ਨੂੰ ਟਿਕ ਕਰ ਦਾਂਗੇ। ਇੱਥੇ 2 ਨੰਬਰ ਆਕ੍ਰਿਤੀ ਹੈ ਜਿਹੜੀ ਉਹ ਆਊਗੀ, ਇਹਨੂੰ ਟਿਕ ਕਰਾਂਗੇ। ਇਹਦਾ ਉੱਤਰ ਇਹ ਸੀਗਾ ਬੇਟਾ ਸਾਡੇ ਕੋਲੇ 9 ਨੰਬਰ ਸਵਾਲ। ਹੁਣ ਬੇਟਾ ਆਪਾਂ 10 ਨੰਬਰ ਸਵਾਲ ਤੇ ਗੱਲ ਕਰਾਂਗੇ। 10 ਨੰਬਰ ਸਵਾਲ ਦੇ ਵਿੱਚ ਕਿਹੜੀ ਆਕ੍ਰਿਤੀ ਆਉਂਦੀ ਆ ਉਹ ਦੇਖਦੇ ਹਾਂ ਆਪਾਂ। ਹਾਂ ਬੇਟਾ, ਤਾਂ ਹੁਣ ਆਪਾਂ ਐਸੇ ਸੈੱਟ ਦੇ 10 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ। 10 ਨੰਬਰ ਸਵਾਲ ਨੂੰ ਅਸੀਂ ਧਿਆਨ ਦੇ ਨਾਲ ਜਦੋਂ ਦੇਖਦੇ ਹਾਂ ਬੇਟਾ, ਆਕ੍ਰਿਤੀਆਂ ਨੂੰ ਦੇਖਦੇ ਹਾਂ, ਤਾਂ ਆਹ ਦੇਖੋ, ਆਹ ਆਕ੍ਰਿਤੀਆਂ ਨੂੰ ਸਟੱਡੀ ਕਰਨਾ ਆਪਾਂ। ਇਹ ਆਕ੍ਰਿਤੀਆਂ ਕਿਸ ਤਰ੍ਹਾਂ ਚੱਲਦੀਆਂ ਪਈਆਂ। ਪਹਿਲਾਂ ਦੇਖੋ ਬੇਟਾ, ਟਰਾਇੰਗਲ ਦੇ ਵਿੱਚ ਗੋਲਾ। ਠੀਕ ਹੈ,
ਅਗਲੇ ਸਟੈਪ ਦੇ ਵਿੱਚ ਆ ਗੋਲਾ ਵੱਡਾ ਹੋ ਗਿਆ ਤੇ ਅੰਦਰ ਆ ਜਿਹੜੀ ਉਹ ਚਤੁਰਭੁਜ ਬਣ ਗਈ, ਨਵੀਂ ਆਕ੍ਰਿਤੀ ਆ ਗਈ। ਠੀਕ ਹੈ, ਫਿਰ ਆ ਵਰਗ ਆ ਜਿਹੜਾ ਵਰਗ ਇੱਥੇ ਚਲਾ ਗਿਆ। ਠੀਕ ਹੈ ਬੇਟਾ, ਤਾਂ ਵਰਗ ਇੱਥੇ ਜਾ ਕੇ ਇਹਦੇ ਅੰਦਰ ਆਹ ਇਹਨੂੰ ਡਾਇਗਨਲ ਕਰ ਦਿੱਤਾ, ਜਾਂ ਆਪਾਂ ਸਮਾਂਤਰ ਚਤੁਰਭੁਜ ਕਹਿ ਸਕਦੇ ਹਾਂ ਵੀ, ਇਸ ਤਰ੍ਹਾਂ ਕਰ ਦਿੱਤਾ ਇਹਨੂੰ। ਠੀਕ ਹੈ, ਡਾਇਗਨਲ ਕਰ ਦਿੱਤਾ। ਹੁਣ ਆਹ ਆਕ੍ਰਿਤੀ ਹੈ ਬੇਟਾ, ਇਹ ਇੱਥੇ ਇੰਜ ਬਣ ਜੂਗੀ ਤੇ ਇਹਦੇ ਵਿੱਚ ਨਵੀਂ ਆਕ੍ਰਿਤੀ ਹੈ ਜਿਹੜੀ ਉਹ ਆਪਾਂ ਦੇਖ ਲਵਾਂਗੇ ਕਿਹੜੀ ਬਣਾਉਂਦਾ ਪਿਆ ਆ। ਤਾਂ ਇਹਦੇ ਵਿੱਚ ਬੇਟਾ ਜਿਹੜੀ ਨਵੀਂ ਆਕ੍ਰਿਤੀ, ਕਿਉਂਕਿ ਗੋਲਾ ਪਹਿਲਾਂ ਹੋ ਚੁੱਕਾ ਹੋਇਆ ਹੈ ਨਾ, ਤੇ ਆਹ ਜਿਹੜੀ ਹੈਗੀ ਆ ਆਹ ਆਕ੍ਰਿਤੀ ਲੈ ਕੇ ਇਹਦੇ ਵਿੱਚ ਪੰਜ ਭੁਜ ਬਣਾਉਂਦਾ ਪਿਆ ਆ। ਇਹ ਨਵੀਂ ਆਕ੍ਰਿਤੀ ਹੈਗੀ ਆ, ਕਿਉਂਕਿ ਹਰ ਵਾਰੀ ਨਵੀਂ ਆਕ੍ਰਿਤੀ ਬਣਾਉਂਦਾ ਪਿਆ। ਤਾਂ ਤ੍ਰਿਭੁਜ ਚਤੁਰਭੁਜ, ਫਿਰ ਆਹ ਪੰਜ ਭੁਜ ਹੋ ਗਈ। ਠੀਕ ਹੈ, ਤਾਂ ਇਹ ਆਕ੍ਰਿਤੀ ਹੈ ਜਿਹੜੀ ਸਾਨੂੰ ਇਸ ਉੱਤਰ ਦੇ ਲਈ ਫਿੱਟ ਬੈਠਦੀ ਪਈ ਹੈ, ਇਸ ਕਰਕੇ ਇਹਨੂੰ ਅਸੀਂ ਟਿਕ ਕਰ ਦੇਵਾਂਗੇ। ਇਹ ਸਾਡਾ ਬੈਸਟ ਆਲਟਰਨੇਟਿਵ ਆਨਸਰ ਹੈ ਜਿਹੜਾ ਹੋਊਗਾ ਇਹਦੇ ਵਿੱਚ। ਸੋ ਬੇਟਾ ਇਹ ਸੀ 10 ਨੰਬਰ ਸਵਾਲ। ਹੁਣ ਆਪਾਂ 11 ਨੰਬਰ ਸਵਾਲ ਬਾਰੇ ਗੱਲ ਕਰਦੇ ਹਾਂ। ਹਾਂ ਬੇਟਾ, ਤਾਂ ਹੁਣ ਆਪਾਂ ਐਸੇ ਸੈੱਟ ਦੇ 11 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਆ ਸਾਡੇ ਕੋਲੇ ਪ੍ਰੋਬਲਮ ਫਿਗਰ ਹੈਗੀ ਆ, ਇਹਨੂੰ ਅਸੀਂ ਧਿਆਨ ਦੇ ਨਾਲ ਦੇਖਾਂਗੇ ਬੇਟਾ ਵੀ ਇਹ ਕਿਸ ਤਰ੍ਹਾਂ ਮੂਵ ਕਰਦੀ ਪਈ ਹੈ, ਕੀ ਮੂਵਮੈਂਟ ਹੈ ਇਹਦੀ, ਇਸ ਹਿਸਾਬ ਨਾਲ ਚੌਥੇ ਘਰ 'ਚ ਕਿਹੜਾ ਉੱਤਰ ਆਉਣਾ ਚਾਹੀਦਾ ਹੈ। ਤਾਂ ਇਹਨੂੰ ਬੇਟਾ ਅਸੀਂ ਜਦੋਂ ਧਿਆਨ ਦੇ ਨਾਲ ਦੇਖਦੇ ਹਾਂ, ਇਹ ਇੱਕ ਐਰੋ ਬਣਿਆ ਹੋਇਆ ਹੈ। ਐਰੋ ਦਾ ਮੂੰਹ ਉੱਪਰਲੇ ਪਾਸੇ ਨੂੰ, ਇਹਦੀ ਡੰਡੀ ਜਿਹੜੀ ਹੇਠਲੀ ਆ ਉਹ ਬਲੈਕ ਕੀਤੀ ਹੋਈ ਹੈ। ਫਿਰ ਇਹ ਐਰੋ ਬੇਟਾ 45 ਡਿਗਰੀ ਦੇ ਉੱਤੇ ਘੁੰਮਦਾ ਪਿਆ, ਇੱਥੋਂ ਤੱਕ 45 ਡਿਗਰੀ ਆ ਗਿਆ ਹੈ ਨਾ। 45 ਡਿਗਰੀ ਦੇ ਉੱਤੇ ਘੁੰਮ ਗਿਆ, ਪਰ ਜਦੋਂ ਇਹ ਸਟੈਪ ਘੁੰਮਦਾ ਆ ਤਾਂ ਉੱਪਰਲੇ ਤੀਰ ਦਾ ਮੂੰਹ ਅੰਦਰ ਨੂੰ ਹੋ ਜਾਂਦਾ। ਜਦੋਂ ਤੀਰ ਦਾ ਮੂੰਹ ਅੰਦਰ ਨੂੰ ਹੋ ਜਾਂਦਾ ਤਾਂ ਇਹ ਐਰੋ ਦਾ ਅੰਦਰਲਾ ਹਿੱਸਾ ਵੀ ਵਾਈਟ ਕਰ ਦਿੰਦਾ ਆ। ਇਹ 45 ਡਿਗਰੀ ਤੋਂ ਬਾਅਦ ਦੇ ਵਿੱਚ ਬੇਟਾ ਫਿਰ ਇਹ ਐਰੋ ਇੱਥੋਂ ਤੱਕ 45 ਸੀ ਨਾ, ਪਹਿਲਾਂ 45 ਡਿਗਰੀ ਤੇ ਚੱਲਿਆ, ਫਿਰ ਇਹ ਇੱਥੋਂ ਤੱਕ 45 ਬਣਨਾ ਸੀ, ਇੱਥੋਂ ਤੱਕ ਇਹ 90 ਡਿਗਰੀ ਤੇ ਮੂਵ ਕਰ ਗਿਆ। 90 ਡਿਗਰੀ ਤੇ ਮੂਵ ਕਰਕੇ ਐਰੋ ਦਾ ਮੂੰਹ ਆ ਜਿਹੜਾ ਉਹ ਬਾਹਰ ਨੂੰ ਨਿਕਲ ਗਿਆ ਤੇ ਇਹਦਾ ਹੇਠਲਾ ਪੋਰਸ਼ਨ ਆ ਜਿਹੜਾ ਉਹ ਫਿਰ ਬਲੈਕ ਹੋ ਗਿਆ। ਠੀਕ ਹੈ ਬੇਟਾ, ਪਹਿਲਾਂ 45 ਡਿਗਰੀ ਤੇ ਚੱਲਿਆ, ਫਿਰ ਇਹ 90 ਤੇ ਚੱਲਿਆ। ਹੁਣ ਉਦੋਂ ਬਾਅਦ ਦੇ ਵਿੱਚ ਜਿਹੜਾ 45 ਤੇ ਦੂਜਾ 90 ਤੇ, ਹੁਣ ਇਹ 135 ਡਿਗਰੀ ਦੇ ਉੱਤੇ ਚੱਲੂਗਾ, 45 ਦੇ ਮਲਟੀਪਲ ਦੇ ਉੱਤੇ। ਇੱਥੋਂ ਤੱਕ 45, ਇੱਥੋਂ ਤੱਕ 45, 90 ਤੇ ਇੱਥੋਂ ਤੱਕ, ਮਤਲਬ ਇਹ ਬਿਲਕੁਲ ਸਿੱਧਾ ਹੋ ਜਾਊਗਾ ਬੇਟਾ ਐਰੋ। ਇਸ ਤਰ੍ਹਾਂ ਕਰਕੇ ਆਹ ਚੀਜ਼ ਬਣ ਜੂਗੀ। ਠੀਕ ਹੈ, ਆਹ ਚੀਜ਼ ਬਣ ਕੇ ਤੇ ਐਰੋ ਦਾ ਮੂੰਹ ਆ ਜਿਹੜਾ ਉਹ ਅੰਦਰਲੇ ਪਾਸੇ ਨੂੰ ਹੋ ਜਾਊਗਾ। ਜਦੋਂ ਐਰੋ ਦਾ ਮੂੰਹ ਅੰਦਰਲੇ ਪਾਸੇ ਨੂੰ ਹੋ ਗਿਆ ਤਾਂ ਫਿਰ ਕੀ ਹੋਊਗਾ ਬੇਟਾ, ਐਰੋ ਦਾ ਮੂੰਹ ਜਦੋਂ ਅੰਦਰ ਨੂੰ ਹੁੰਦਾ ਤੇ ਆਹ ਡੰਡੀ ਵੀ ਚਿੱਟੀ ਹੋ ਜਾਂਦੀ ਹੈ। ਠੀਕ ਹੈ ਬੇਟਾ, ਤਾਂ ਆਹ ਕੰਡੀਸ਼ਨ ਆਪਾਂ ਦੇਖਾਂਗੇ ਕਿੱਥੇ ਸਾਡੀ ਫੁੱਲਫਿਲ ਹੁੰਦੀ ਪਈ। ਐਰੋ ਦਾ ਮੂੰਹ ਅੰਦਰ ਨੂੰ ਇਧਰਲੇ ਪਾਸੇ ਨੂੰ ਘੁੰਮਿਆ ਹੋਊਗਾ। ਤਾਂ ਆਹ 3 ਨੰਬਰ ਪੋਜੀਸ਼ਨ ਦੇ ਉੱਤੇ ਬੇਟਾ ਅਸੀਂ ਧਿਆਨ ਦੇ ਨਾਲ ਦੇਖੋ, ਐਰੋ ਦਾ ਮੂੰਹ ਅੰਦਰ ਨੂੰ ਹੋ ਗਿਆ। ਜਦੋਂ ਮੂੰਹ ਅੰਦਰ ਨੂੰ ਹੁੰਦਾ ਤੇ ਡੰਡੀ ਚਿੱਟੀ ਹੋ ਜਾਂਦੀ ਹੈ। ਠੀਕ ਹੈ, ਔਰ 135 ਡਿਗਰੀ ਤੇ ਮੂਵਮੈਂਟ ਵੀ ਆ ਗਈ ਇਹਦੀ। ਇਸ ਕਰਕੇ 3rd ਵਨ ਜਿਹੜਾ ਸਾਡਾ ਬੈਸਟ ਆਲਟਰਨੇਟਿਵ ਆਨਸਰ ਹੈ, ਇਹਨੂੰ ਅਸੀਂ ਟਿਕ ਕਰ ਦੇਵਾਂਗੇ। ਸੋ ਇਹ ਸੀ ਬੇਟਾ ਇਸ ਸੈੱਟ ਦਾ 11 ਨੰਬਰ ਸਵਾਲ। ਹੁਣ ਆਪਾਂ ਇਸੇ ਸੈੱਟ ਦੇ 12 ਨੰਬਰ ਸਵਾਲ ਬਾਰੇ ਗੱਲ ਕਰਾਂਗੇ, ਵੀ ਦੇਖਾਂਗੇ 12 ਨੰਬਰ ਸਵਾਲ ਕਿਸ ਤਰ੍ਹਾਂ ਮੂਵਮੈਂਟ ਹੈ। ਹਾਂ ਬੇਟਾ, ਤਾਂ ਹੁਣ ਆਪਾਂ ਪਹੁੰਚ ਗਏ 12 ਨੰਬਰ ਸਵਾਲ ਦੇ ਉੱਤੇ। ਐਸੇ ਸੈੱਟ ਦੇ 12 ਨੰਬਰ ਸਵਾਲ ਦੇ ਵਿੱਚ ਬੇਟਾ ਆਹ ਆਕ੍ਰਿਤੀਆਂ ਬਣੀਆਂ ਹੋਈਆਂ, ਕਿਤੇ 4 5 6 ਵੀ ਆਕ੍ਰਿਤੀਆਂ ਬਣੀਆਂ ਹੋ ਸਕਦੀਆਂ, ਪਰ ਹਲਕੀ ਜੀ ਮੂਵਮੈਂਟ ਆ ਜਿਹੜੀ ਉਹ ਆਪਾਂ ਦੇਖਣੀ ਹੁੰਦੀ ਹੈ ਵੀ ਕੀ ਚੇਂਜ ਕਰਦਾ ਪਿਆ ਅਗਲੇ ਦੇ ਵਿੱਚ। ਜਦੋਂ ਬੇਟਾ ਅਸੀਂ ਆ 12 ਨੰਬਰ ਆਕ੍ਰਿਤੀ ਨੂੰ ਧਿਆਨ ਦੇ ਨਾਲ ਦੇਖਦੇ ਹਾਂ, ਇਹਦੇ ਵਿੱਚ ਇੱਕ ਜਮਾ ਦਾ ਨਿਸ਼ਾਨ ਹੈ, ਇੱਕ ਟੀ ਹੈ, ਇੱਕ ਆਹ ਸਿੱਧੀ ਡੰਡੀ ਬਣੀ ਹੋਈ ਹੈ, ਇੱਕ ਲੇਟਵੇਂ ਦਾ ਡੰਡੀ ਬਣੀ ਹੋਈ, ਇੱਕ ਗੁਣਾ ਦਾ ਨਿਸ਼ਾਨ ਹੈ ਨਾ। ਤਾਂ ਜਦੋਂ ਅਸੀਂ ਇਸ ਘਰ ਤੋਂ ਅਗਲੇ ਘਰ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਆਹ ਕਾਰਨਰ ਵਾਲੀ ਬਿੰਦੀ ਹੈ ਜਿਹੜੀ ਉਹ ਇਹਦੇ ਨਾਲ ਇੰਟਰਚੇਂਜ ਹੋ ਰਹੀ ਹੈ, ਬਾਕੀ ਸਾਰੇ ਉਵੇਂ ਹੀ ਰਹਿੰਦੀਆਂ ਸੇਮ ਪੋਜੀਸ਼ਨ ਦੇ ਵਿੱਚ। ਆ ਜਿਹੜਾ ਟੀ ਸੀ ਉੱਪਰ ਚਲਾ ਗਿਆ ਤੇ ਆ ਜਿਹੜਾ ਜਮਾ ਦਾ ਨਿਸ਼ਾਨ ਸੀ ਇਹ ਸੈਂਟਰ ਦੇ ਵਿੱਚ ਆ ਗਿਆ। ਹੁਣ ਬੇਟਾ ਇਦੋਂ ਅਗਲੇ ਘਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਪਹਿਲਾਂ ਐਸ ਕਾਰਨਰ ਵਾਲੀ ਨੇ ਡੱਬੀ ਚੇਂਜ ਕੀਤਾ ਸੀ ਸੈਂਟਰ ਵਾਲੀ ਨਾਲ। ਹੁਣ ਇਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਐਸ ਕਾਰਨਰ ਵਾਲੀ ਬਿੰਦੀ ਨੇ ਸੈਂਟਰ ਵਾਲੀ ਬਿੰਦੀ ਦੇ ਨਾਲ
ਇੰਟਰਚੇਂਜ ਕਰ ਲਈ ਜਗ੍ਹਾ, ਬਾਕੀ ਸਾਰੀਆਂ ਚੀਜ਼ਾਂ ਉਵੇਂ ਹੀ ਪਈਆਂ ਰਹੀਆਂ। ਠੀਕ ਆ, ਧਿਆਨ ਦੇ ਨਾਲ ਦੇਖੋ, ਆ ਜਮਾ ਦਾ ਨਿਸ਼ਾਨ ਸੈਂਟਰ ਸੀ, ਉੱਤੇ ਚਲਾ ਗਿਆ, ਤੇ ਆਹ ਸਿੱਧੇ ਦਾ ਲੋਟ ਡੰਡੀ ਸੀ ਜਿਹੜੀ, ਠੀਕ ਹੈ, ਇਹ ਸੈਂਟਰ ਦੇ ਵਿੱਚ ਆ ਗਈ। ਹੁਣ ਬੇਟਾ ਇਦੋਂ ਅਗਲੇ ਘਰ 'ਚ ਬਾਕੀ ਸਾਰੀਆਂ ਫਿਗਰਾਂ, ਕਿਉਂਕਿ ਇਹ ਕਲੌਕਵਾਈਜ਼ ਪਹਿਲਾਂ ਆਹ ਕਾਰਨਰ ਚੇਂਜ ਹੋਇਆ, ਫਿਰ ਆਹ ਹੋਇਆ, ਹੁਣ ਆਹ ਕਾਰਨਰ ਆਪਸ ਦੇ ਵਿੱਚ ਚੇਂਜ ਹੋਣਗੇ, ਬਾਕੀ ਸਾਰੇ ਘਰ ਉਵੇਂ ਹੀ ਰਹਿਣਗੇ। ਆ ਲੇਟਵੇਂ ਦਾ ਡੰਡੀ ਸੈਂਟਰ 'ਚ ਆ ਜੂ, ਖੜੇ ਦਾ ਡੰਡੀ ਵਾਲੀ ਜਿਹੜੀ 0 ਆ ਉਹ ਇੱਥੇ ਆ ਜੂਗੀ। ਠੀਕ ਹੈ, ਤੇ ਬਾਕੀ ਸਾਰੇ ਸੇਮ ਰਹਿਣਗੇ। ਇਸ ਬੇਟਾ ਇਹਦੇ 'ਚੋਂ ਫਿਰ ਜਦੋਂ ਆਪਾਂ ਆਨਸਰ ਫਿਗਰ ਲੱਭਦੇ ਹਾਂ ਤਾਂ ਆ ਜਿਹੜੀ ਸੈਕੰਡ ਵਨ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ, ਦੇਖੋ ਟੀ ਗੁਣਾ ਦਾ ਨਿਸ਼ਾਨ ਤੇ ਆ ਜਮਾ ਦਾ ਨਿਸ਼ਾਨ ਉੱਥੇ ਹੀ ਆ। ਆ ਲੇਟਵੇਂ ਦਾ ਡੰਡੀ ਜਿਹੜੀ ਇੱਥੇ ਸੀ ਇਹ ਉੱਤੇ ਚਲੀ ਗਈ, ਖੜੇ ਦਾ ਡੰਡੀ ਸੀ ਜਿਹੜੀ ਇੱਥੇ ਆ ਗਈ। ਇਸ ਕਰਕੇ ਬੇਟਾ ਇਹ ਜਿਹੜੀ 2 ਨੰਬਰ ਆਕ੍ਰਿਤੀ ਹੈਗੀ ਆ, ਇਹ ਸਾਡੇ ਆਨਸਰ ਫਿਗਰ ਦੇ ਲਈ ਫੁੱਲਫਿਲ ਕਰਦੀ ਪਈ ਹੈ। ਠੀਕ ਹੈ, ਬੈਸਟ ਆਲਟਰਨੇਟਿਵ ਲੱਗਦਾ ਪਿਆ, ਇਸ ਕਰਕੇ 2 ਨੰਬਰ ਨੂੰ ਅਸੀਂ ਟਿਕ ਕਰ ਦੇਵਾਂਗੇ। ਇਹ ਆ ਜਿਹੜੀ ਸਾਡੀ ਬੈਸਟ ਆਨਸਰ ਹੈਗਾ ਆ। ਇਹ ਸੀਗਾ ਬੇਟਾ 12 ਨੰਬਰ ਸਵਾਲ। ਹੁਣ ਆਪਾਂ 13 ਨੰਬਰ ਸਵਾਲ ਬਾਰੇ ਦੇਖਦੇ ਹਾਂ। 13 ਨੰਬਰ ਦੇ ਵਿੱਚ ਕੀ ਆਕ੍ਰਿਤੀ ਹੈ? ਹਾਂ ਬੇਟਾ ਜੀ, ਹੁਣ ਆਪਾਂ 13 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਆ ਸਾਨੂੰ ਉੱਪਰ ਪ੍ਰੋਬਲਮ ਫਿਗਰ ਦਿੱਤੀ ਹੋਈ ਹੈ, ਇਹਨੂੰ ਅਸੀਂ ਧਿਆਨ ਦੇ ਨਾਲ ਸਟੱਡੀ ਕਰਾਂਗੇ ਤੇ ਆ ਆਨਸਰ ਫਿਗਰ ਹੈ, ਇਹਦੇ ਵਿੱਚੋਂ ਆਪਾਂ ਆਨਸਰ ਲੱਭਾਂਗੇ ਚੌਥੇ ਘਰ ਦੇ ਵਿੱਚ ਕੀ ਆਊਗਾ। ਤਾਂ ਬੇਟਾ ਆ ਫਸਟ ਫਿਗਰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ, ਇੱਕ ਟ੍ਰਾਇੰਗਲ ਬਣੀ ਹੋਈ ਹੈ। ਟ੍ਰਾਇੰਗਲ ਦੇ ਥੱਲੇ ਇੱਕ ਆ ਹੈਲਪਿੰਗ ਲਾਈਨ ਜਾਂ ਇੱਕ ਬੇਸ ਦੇ ਉੱਤੇ ਆ ਡੰਡੀ ਲੱਗੀ ਹੋਈ ਹੈ, ਇੱਕ ਰੇਖਾ ਖੰਡ ਲੱਗਿਆ ਹੋਇਆ। ਠੀਕ ਹੈ ਬੇਟਾ, ਉਦੋਂ ਅਗਲੇ ਖੰਡ ਦੇ ਵਿੱਚ ਜਦੋਂ ਅਸੀਂ ਦੇਖਦੇ ਤਾਂ ਟ੍ਰਾਇੰਗਲ ਬਣੀ ਹੋਈ ਹੈ। ਆਹ ਡੰਡੀ ਹੈ ਜਿਹੜੀ ਕਲੌਕਵਾਈਜ਼ ਘੁੰਮਦੀ ਹੈ, ਪਰ ਇੱਕ ਵਾਰੀ ਇਹ ਬਾਹਰਲੇ ਪਾਸੇ ਸੀ, ਕਲੌਕਵਾਈਜ਼ ਘੁੰਮ ਕੇ ਟ੍ਰਾਇੰਗਲ ਦੇ ਅੰਦਰਲੇ ਪਾਸੇ ਚਲੀ ਗਈ। ਠੀਕ ਹੈ ਬੇਟਾ, ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਜਿਹੜੀ ਅੰਦਰਲੀ ਡੰਡੀ ਸੀ ਇਹ ਕਲੌਕਵਾਈਜ਼ ਘੁੰਮ ਕੇ ਇਸ ਸਾਈਡ ਵਾਲੇ ਪਾਸੇ ਬਾਹਰਲੇ ਪਾਸੇ ਨੂੰ ਚਲੀ ਗਈ। ਠੀਕ ਹੈ ਬੇਟਾ, ਹੁਣ ਇਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਡੰਡੀ ਕਲੌਕਵਾਈਜ਼ ਘੁੰਮਦੀ ਹੋਈ ਥੱਲੇ ਆ ਜੂਗੀ, ਇੱਥੇ ਬਾਹਰ ਹੈ, ਇੱਥੇ ਇਹ ਫਿਰ ਅੰਦਰਲੇ ਪਾਸੇ ਨੂੰ ਚਲੀ ਜਾਊਗੀ। ਤਾਂ ਆਹ ਜਿਹੜੀ ਆਕ੍ਰਿਤੀ ਹੈਗੀ ਆ, ਸਾਡਾ ਆਨਸਰ ਬਣੂ ਡੰਡੀ ਅੰਦਰਲੇ ਪਾਸੇ ਨੂੰ ਆ ਜੂਗੀ। ਤਾਂ ਜਦੋਂ ਇਹ ਅਸੀਂ ਇੱਥੇ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਆਹ 2 ਨੰਬਰ ਆਕ੍ਰਿਤੀ ਹੈ ਜਿਹੜੀ ਇਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ, ਇਸ ਕਰਕੇ 2 ਨੰਬਰ ਆਕ੍ਰਿਤੀ ਨੂੰ ਅਸੀਂ ਟਿਕ ਕਰ ਦੇਵਾਂਗੇ। ਸੋ ਇਹ ਸੀਗਾ ਬੇਟਾ ਸਾਡਾ ਸਵਾਲ ਨੰਬਰ 13। ਹਾਂ ਬੇਟਾ, ਤਾਂ ਹੁਣ ਆਪਾਂ ਕੁਐਸਚਨ ਨੰਬਰ 14 ਦੇ ਉੱਤੇ ਪਹੁੰਚ ਗਏ। ਠੀਕ ਹੈ ਬੇਟਾ, ਆਹ ਉੱਪਰ ਸਮੱਸਿਆ ਚਿੱਤਰ ਦਿੱਤਾ ਹੋਇਆ, ਆਪਾਂ ਧਿਆਨ ਦੇ ਨਾਲ ਓਬਜ਼ਰਵ ਕਰਾਂਗੇ ਵੀ ਇਹ ਸਮੱਸਿਆ ਚਿੱਤਰ ਦੇ ਵਿੱਚ ਕੀ ਕ੍ਰਮ ਚੱਲਦਾ ਪਿਆ ਹੈ। ਠੀਕ ਹੈ, ਤਾਂ ਜੋ ਚੌਥੇ ਹੱਥ ਅਸੀਂ ਕ੍ਰਮ ਨੂੰ ਪੂਰਾ ਕਰ ਸਕੀਏ। ਆਹ ਦੇਖੋ ਬੇਟਾ, ਪਹਿਲਾਂ ਆਹ ਇੱਕ ਡੰਡੀ ਲੱਗੀ ਹੋਈ ਸੀ। ਠੀਕ ਹੈ, ਤੇ ਇਧਰਲੇ ਪਾਸੇ ਇੱਕ ਐਰੋ ਬਣਿਆ ਹੋਇਆ ਸੀ। ਠੀਕ ਹੈ ਬੇਟਾ, ਉਦੋਂ ਬਾਅਦ ਦੇ ਵਿੱਚ ਬੇਟਾ ਆਹ ਡੰਡੀ ਹੈ ਜਿਹੜੀ ਇਹ ਸਿੰਗਲ ਡੰਡੀ ਕਲੌਕਵਾਈਜ਼ ਚੱਲ ਪਈ ਇੱਧਰ ਨੂੰ ਆ ਕੇ ਬੇਟਾ ਇਹ ਡੰਡੀਆਂ 2 ਹੋ ਗਈਆਂ ਤੇ ਇੱਥੇ ਐਰੋ ਦੇ ਮੂੰਹ ਵੀ 2 ਹੋ ਗਏ। ਠੀਕ ਹੈ ਬੇਟਾ, ਉਦੋਂ ਬਾਅਦ ਦੇ ਵਿੱਚ ਬੇਟਾ ਇਹ ਕੀ ਕੀਤਾ, ਇਹ ਜਿਹੜੀਆਂ ਇਹ 2 ਡੰਡੀਆਂ ਸੀ, 2 ਤੋਂ ਪਹਿਲਾਂ 1, ਫਿਰ ਇਹ 2 ਹੋਈਆਂ। ਠੀਕ ਹੈ, 2 ਹੋ ਕੇ ਫਿਰ ਇਹ ਕਲੌਕਵਾਈਜ਼ ਚੱਲੀਆਂ ਤੇ ਇੱਥੇ 3 ਹੋ ਗਈਆਂ। ਇਹਦੇ ਸਾਹਮਣੇ ਜਿਹੜਾ ਸੀ ਉਹ ਐਰੋ ਦੇ ਉੱਤੇ ਮੂੰਹ ਵੀ 3 ਹੋ ਗਏ। ਠੀਕ ਹੈ ਬੇਟਾ, ਹੁਣ ਬੇਟਾ ਉਦੋਂ ਬਾਅਦ ਦੇ ਵਿੱਚ ਇਹ ਜਦੋਂ ਇਹ ਇੱਕ ਸਟੈਪ ਚੱਲਦੇ ਪਏ ਹੈ ਨਾ, ਉਦੋਂ ਬਾਅਦ 2 ਸਟੈਪ ਚੱਲਣ ਤੋਂ ਬਾਅਦ ਦੇ ਵਿੱਚ ਫਿਰ ਐਰੋ ਚੱਲ ਪੈਂਦਾ ਆ। ਠੀਕ, ਉਦੋਂ ਬਾਅਦ ਦੇ ਵਿੱਚ ਬੇਟਾ ਕੀ ਹੋਊਗਾ ਵੀ ਇਹ ਡੰਡੀਆਂ ਜਿਹੜੀਆਂ ਹੈਗੀਆਂ ਆ ਕਲੌਕਵਾਈਜ਼ ਚੱਲਦੀਆਂ ਹੋਈਆਂ ਇਸ ਬਿੰਦੂ ਤੇ ਆ ਜਾਣਗੀਆਂ, ਇਸ ਬਿੰਦੂ ਤੇ ਆ ਕੇ 1 2 3 ਤੇ 4 ਹੋ ਜਾਣਗੀਆਂ। ਠੀਕ ਹੈ, ਕਿਉਂਕਿ ਐਰੋ ਇੱਕ ਹੱਥ ਸਟਿਲ ਰਹਿੰਦਾ, ਉਦੋਂ ਬਾਅਦ ਦੇ ਵਿੱਚ ਚੱਲਦਾ ਆ। ਹੁਣ ਕਿਉਂਕਿ ਰੀਸੈਂਟਲੀ ਐਰੋ ਚੱਲਿਆ, ਹੁਣ ਐਰੋ ਸਟਿਲ ਰਹੂਗਾ, ਐਰੋ ਇੱਥੇ ਆਊਗਾ ਤੇ ਇੱਥੇ ਐਰੋ ਦੇ ਮੂੰਹ ਕਿੰਨੇ ਬਣ ਜਾਣਗੇ, ਕਿਉਂਕਿ ਜਿੰਨੀਆਂ ਡੰਡੀਆਂ ਐਰੋ ਦੇ ਮੂੰਹ ਉਨੇ ਬਣ ਜਾਣਗੇ, ਇੱਥੇ 4 ਜਿਹੜੇ ਮੂੰਹ ਆ ਉਹ ਹੋਣਗੇ। ਤਾਂ ਬੇਟਾ ਇਹਦੇ ਵਿੱਚ ਅਸੀਂ ਦੇਖਦੇ ਡੰਡੀਆਂ 4 ਕਿੱਥੇ ਬਣਦੀਆਂ ਪਈਆਂ ਤੇ ਐਰੋ ਦੇ ਮੂੰਹ 4 ਕਿੱਥੇ ਹੈਗੇ ਆ। ਠੀਕ ਹੈ ਬੇਟਾ, ਇੱਥੇ ਜਦੋਂ ਆਪਾਂ ਧਿਆਨ ਦੇ ਨਾਲ ਇਸ ਆਕ੍ਰਿਤੀ ਨੂੰ ਵਾਚ ਕਰਦੇ ਹਾਂ ਤਾਂ ਆਹ ਦੇਖੋ, ਆਹ ਡੰਡੀਆਂ 4 1 2 3 ਤੇ 4
ਐਰੋ ਸਟਿਲ ਰਹਿੰਦਾ ਪਿਆ, ਐਰੋ 1 2 3 ਤੇ 4 ਮੂੰਹ ਜਿਹੜੇ ਇਹਦੇ ਬਣਦੇ ਪਏ ਆ। ਇਸ ਕਰਕੇ 3 ਨੰਬਰ ਆਕ੍ਰਿਤੀ ਹੈ ਜਿਹੜੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ। 3 ਨੰਬਰ ਆਕ੍ਰਿਤੀ ਨੂੰ ਅਸੀਂ ਟਿਕ ਕਰ ਦੇਵਾਂਗੇ। ਇਹ ਸੀਗਾ ਬੇਟਾ 14 ਨੰਬਰ ਸਵਾਲ। ਹੁਣ ਆਪਾਂ 15 ਨੰਬਰ ਸਵਾਲ ਦੇ ਉੱਤੇ ਚੱਲਦੇ ਹਾਂ, ਦੇਖਦੇ ਹਾਂ 15 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਹੈ। ਹਾਂ ਬੇਟਾ ਜੀ, ਹੁਣ ਆਪਾਂ ਪਹੁੰਚ ਗਏ 15 ਨੰਬਰ ਸਵਾਲ ਦੇ ਉੱਤੇ। ਠੀਕ ਹੈ ਬੇਟਾ, ਐਸੇ ਸੈੱਟ ਦੇ 15 ਨੰਬਰ ਸਵਾਲ ਦੇ ਉੱਤੇ ਆਹ ਆਪਣੇ ਕੋਲੇ ਪ੍ਰੋਬਲਮ ਫਿਗਰ ਦਿੱਤੀ ਹੋਈ ਹੈ। ਠੀਕ ਹੈ, ਤੇ ਇਹ ਸਾਡੇ ਕੋਲੇ ਆਨਸਰ ਫਿਗਰ ਆ। ਆਪਾਂ ਪ੍ਰੋਬਲਮ ਫਿਗਰ ਨੂੰ ਸਟੱਡੀ ਕਰਾਂਗੇ ਬੇਟਾ। ਮਾਈਨਰ ਜੀ ਇੱਕ ਕ੍ਰਮ ਬਣਾਇਆ ਹੁੰਦਾ ਇਹਨੇ, ਠੀਕ ਹੈ, ਤਿੰਨਾਂ ਦੇ ਵਿੱਚ ਉਸੇ ਕ੍ਰਮ ਦੇ ਨਾਲ ਆਪਾਂ ਚੌਥਾ ਆਨਸਰ ਦੇਣਾ ਆ। ਤਾਂ ਅਸੀਂ ਬੇਟਾ ਜਦੋਂ ਧਿਆਨ ਦੇ ਨਾਲ ਓਬਜ਼ਰਵ ਕਰਦੇ ਹਾਂ ਇਹਨੂੰ, ਇਹਦੇ ਵਿੱਚ ਦੇਖੋ ਪਹਿਲੇ ਸਟੈਪ ਦੇ ਵਿੱਚ ਪਹਿਲਾਂ ਤਾਂ ਆਹ ਕੀਤੀ ਜਾਮਾ ਦਾ ਜ਼ੀਰੋ ਟ੍ਰਾਇੰਗਲ, ਆਹ ਡਾਰਕ ਸਪੌਟ ਦਿੱਤਾ ਹੋਇਆ, ਠੀਕ ਹੈ, ਤੇ ਆਹ ਮਾਈਨਸ ਦਾ ਨਿਸ਼ਾਨ ਦਿੱਤਾ ਹੋਇਆ। ਪਹਿਲੇ ਸਟੈਪ ਦੇ ਵਿੱਚ ਇਹ ਸੈਂਟਰ ਵਾਲੀ ਆਕ੍ਰਿਤੀ ਦੇ ਨਾਲ ਆਪਣੀ ਸਪੇਸ ਇੰਟਰਚੇਂਜ ਕਰ ਲੈਂਦਾ, ਬਾਕੀ ਸਾਰੀਆਂ ਫਿਗਰਾਂ ਜਿਹੜੀਆਂ ਐਜ਼ ਇਟ ਦੀ ਬਣੀਆਂ ਰਹਿੰਦੀਆਂ ਆ। ਠੀਕ ਹੈ, ਜਿੱਥੇ ਜੋ ਪੋਜੀਸ਼ਨ ਸੀ। ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਐਂਟੀ ਕਲੌਕਵਾਈਜ਼ ਚੱਲਦਾ, ਸੈਂਟਰ ਦੇ ਨਾਲ ਜਗ੍ਹਾ ਚੇਂਜ ਕਰਦਾ ਪਿਆ। ਟ੍ਰਾਇੰਗਲ ਜਿਹੜੀ ਆ ਅੰਦਰ ਨੂੰ ਆ ਗਈ, ਮਾਈਨਸ ਦਾ ਨਿਸ਼ਾਨ ਇੱਧਰ ਨੂੰ ਚਲਾ ਗਿਆ, ਕਿਉਂਕਿ ਪਹਿਲਾਂ ਇੱਥੇ ਇਹਨੇ ਚੇਂਜ ਕੀਤੀ, ਫਿਰ ਇਹਨੇ। ਹੁਣ ਇਦੋਂ ਬਾਅਦ ਦੇ ਵਿੱਚ ਅਗਲੇ ਸਟੈਪ ਦੇ ਵਿੱਚ ਬਾਕੀ ਸਾਰੀਆਂ ਫਿਗਰਾਂ ਉਵੇਂ ਰਹਿਣਗੀਆਂ, ਜਮਾ ਦਾ ਨਿਸ਼ਾਨ ਥੱਲੇ ਆ ਜੂ, ਟ੍ਰਾਇੰਗਲ ਉੱਪਰ ਚੱਲ ਜੂਗੀ। ਠੀਕ ਹੈ ਬੇਟਾ, ਤਾਂ ਇਹਦੇ ਵਿੱਚ ਫਿਰ ਅਸੀਂ ਦੇਖਾਂਗੇ ਵੀ ਕਿੱਥੇ ਜਮਾ ਦਾ ਨਿਸ਼ਾਨ ਸੈਂਟਰ 'ਚ ਆਉਂਦਾ ਪਿਆ ਆ। ਬੇਟਾ ਆਹ ਦੇਖੋ, ਜਦੋਂ ਦੂਜੀ ਫਿਗਰ ਨੂੰ ਅਸੀਂ ਧਿਆਨ ਨਾਲ ਦੇਖਦੇ ਹਾਂ, ਬਾਕੀ ਸਾਰੀਆਂ ਫਿਗਰਾਂ ਉਵੇਂ ਹੀ ਪਈਆਂ, ਜਮਾ ਦਾ ਨਿਸ਼ਾਨ ਥੱਲੇ ਆ ਗਿਆ, ਟ੍ਰਾਇੰਗਲ ਉੱਪਰ ਨੂੰ ਚਲੀ ਗਈ। ਇਸ ਕਰਕੇ 2 ਨੰਬਰ ਆਕ੍ਰਿਤੀ ਹੈ ਸਾਡੀ ਇਸ ਕ੍ਰਮ ਨੂੰ ਲੜੀਬੱਧ ਕਰਦੀ ਪਈ, ਫੁੱਲਫਿਲ ਕਰਦੀ ਪਈ ਹੈ। ਬੈਸਟ ਆਲਟਰਨੇਟਿਵ ਆਨਸਰ ਬਣਦਾ ਪਿਆ। 2 ਨੰਬਰ ਆਕ੍ਰਿਤੀ ਨੂੰ ਅਸੀਂ ਟਿਕ ਕਰ ਦੇਵਾਂਗੇ, ਇਹ ਸਾਡਾ ਰਾਈਟ ਆਨਸਰ ਹੋਊਗਾ। ਸੋ ਬੇਟਾ ਇਹਦੇ ਨਾਲ ਆਪਣੇ 15 ਸਵਾਲ ਜਿਹੜੇ 15 ਤੱਕ ਸਵਾਲ ਕੰਪਲੀਟ ਹੋ ਗਏ। ਤਾਂ ਤੁਸੀਂ ਬੇਟਾ ਅਗਲੇ ਵੀਡੀਓ ਦੇ ਆਉਣ ਤੱਕ ਇਹ ਨਹੀਂ ਦੇਖਣਾ ਵੀ ਜਦੋਂ ਵੀਡੀਓ ਆਊਗੀ ਉਦੋਂ ਹੀ ਸਵਾਲ ਕਰਾਂਗੇ। ਤੁਹਾਨੂੰ ਇੱਕ ਟ੍ਰੈਂਡ ਪਤਾ ਲੱਗ ਗਿਆ, ਤੁਹਾਨੂੰ ਗੱਲਬਾਤ ਪਤਾ ਲੱਗ ਗਈ ਵੀ ਇਹ ਆਕ੍ਰਿਤੀਆਂ ਦੇ ਵਿੱਚ ਕਿਤੇ ਨਾ ਕਿਤੇ ਪਹਿਲੀਆਂ ਤਿੰਨਾਂ ਦੇ ਵਿੱਚ ਇੱਕ ਕ੍ਰਮ ਬਣਦਾ ਪਿਆ ਆ। ਠੀਕ ਹੈ, ਤਾਂ ਤੁਸੀਂ ਉਸ ਕ੍ਰਮ ਨੂੰ ਪਛਾਣਨਾ ਆ, ਆਪ ਅਭਿਆਸ ਕਰਨਾ, ਅਗਲੇ ਸਵਾਲ ਆਪ ਕਰਨੇ ਆ। ਜਦੋਂ ਨੈਕਸਟ ਵੀਡੀਓ ਆਊਗੀ ਤੁਸੀਂ ਉਹਦੇ ਨਾਲ ਟੈਲੀ ਕਰ ਲੈਣੇ ਵੀ ਕੀ ਤੁਸੀਂ ਠੀਕ ਕਰਦੇ ਪਏ ਆ। ਸੋ ਬੇਟਾ ਇਸ ਤਰ੍ਹਾਂ ਆਪ ਅਭਿਆਸ ਕਰੋਗੇ, ਫਿਰ ਤੁਹਾਡਾ ਕੌਨਫੀਡੈਂਸ ਲੈਵਲ ਹੈ ਜਿਹੜਾ ਉਹ ਵਧੂਗਾ। ਅਤੇ ਸੋ ਇਹ ਬੇਟਾ ਤੁਸੀਂ ਵੀਡੀਓ ਦੇਖ ਕੇ ਜੋ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਰੱਬ ਰੂਪੀ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਬੇਟਾ। ਥੈਂਕ ਯੂ ਬੇਟਾ।